टीनू शर्मा ने खुल के जी मीडिया दे नाल गलबात कीती जो कि इस प्रोजेक्ट दे नाल शुरुआत तो ही जुड़े हुए ने। दास्तानी शहादत यानी कि शहादत दी कहानी इस कहानी ਨੂੰ किस तरह 11 गैलरीज ਦੇ ਵਿੱਚ ਡਿਪਿਕਟ ਕੀਤਾ ਗਿਆ ਇਸ ਬਾਰੇ ਸਾਨੂੰ ਟੀਨੂ ਦੱਸਣਗੇ ਕਿਉਂਕਿ ਸ਼ਹਾਦਤ ਦੀ ਇਸ ਕਹਾਣੀ ਨੂੰ ਇੱਕ ਗੈਲਰੀ ਜਾਂ ਇੱਕ ਸ਼ੋਅ ਦੇ ਜ਼ਰੀਏ ਵੀ ਦਿਖਾਇਆ ਜਾ ਸਕਦਾ ਸੀਗਾ ਪਰ ਟੀਨੂ ਕੀ ਕਾਰਨ ਹੈ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਡਿਪਿਕਟ ਕੀਤਾ ਗਿਆ ਸੀ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਇਸ ਲਈ ਦਿਖਾਇਆ ਜਾ ਰਿਹਾ ਹੈ ਗੈਲਰੀਜ਼ ਦੇ ਵਿੱਚ ਤਾਂ ਕਿ ਲੋਕਾਂ ਨੂੰ ਉਸ ਦੇ ਨਾਲ ਜੋੜਿਆ ਜਾ ਸਕੇ ਲੋਕਾਂ ਨੂੰ ਐਕਚੁਅਲ ਚ ਓਰੀਜਨਲ ਜਿਹੜੀ ਹੈ ਸਟੋਰੀ ਉਸ ਦੇ ਬਾਰੇ ਜਾਣਕਾਰੀ ਸਟੋਰੀ ਨਹੀਂ ਕਹਿ ਸਕਦੀ ਮੈਂ ਇੱਕ ਇਤਿਹਾਸ ਹੈ ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿਖੇ ਇਨਫੈਕਟ ਮੈਂ ਇਹ ਵੀ ਸੋਚਦੀ ਹਾਂ ਕਿ ਜਿਹੜੀ ਇਹ ਮਿਊਜ਼ੀਅਮ ਔਰ ਅਜਾਇਬ ਘਰ ਬਣਾਉਣ ਦਾ ਮੇਨ ਮਕਸਦ ਸਾਡੇ ਸੀਐਮ ਸਾਹਿਬ ਦਾ ਸੀ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਮੈਨੂੰ ਲੱਗਦਾ ਹੈ ਕਿ ਤੁਸੀਂ ਕੋਈ ਵੀ ਗੈਲਰੀ 'ਚ ਪਹਿਲਾਂ ਨਹੀਂ ਜਾ ਸਕਦੇ ਯਾਨੀ ਕਿ 3 ਜਾਂ 4 'ਚ ਨਹੀਂ ਜਾ ਸਕਦੇ ਹਾਲਾਂਕਿ ਤੁਸੀਂ ਜਾਓਗੇ ਤਾਂ ਫਿਰ ਵੀ ਤੁਹਾਨੂੰ ਕਹਾਣੀ ਸਮਝਾ ਜਾਏਗੀ ਕਿ ਇਹ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਕਹਾਣੀ ਹੈ ਤੇ ਇਹ ਸਾਡੇ ਜਿਹੜੇ 10ਵੀਂ ਪਾਤਸ਼ਾਹੀ ਹੈ ਉਹਨਾਂ ਦੀ ਕਹਾਣੀ ਹੈ ਪਰ ਤੁਹਾਨੂੰ ਲੱਗਦਾ ਕਿ ਸੀਕੁਐਂਸ ਟੁੱਟਣਾ ਨਹੀਂ ਚਾਹੀਦਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲੀ ਗੈਲਰੀ 'ਚ ਜਾਓ ਤੇ ਉਸ ਤੋਂ ਬਾਅਦ ਲਗਾਤਾਰ ਸੈਕਿੰਡ ਥਰਡ ਇਸ ਤਰ੍ਹਾਂ ਦੇਖੋ ਬਿਲਕੁਲ ਜੀ ਕਿਉਂਕਿ ਜਦੋਂ ਤੁਸੀਂ ਪਹਿਲੀ ਗੈਲਰੀ ਤੋਂ ਜਾਣਦੇ ਹੋ ਜਿੱਥੇ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਵੀ ਜਾਣ ਪਛਾਣ ਜਿਹੜੇ ਉਰਦੂ ਸ਼ਾਇਰ ਮਸ਼ਹੂਰ ਹੈਗੇ ਸੀਗੇ ਜੋਗੀ ਅੱਲਾ ਯਾਰ ਖਾਨ ਉਹਨਾਂ ਦਾ ਵੀ ਇੰਟਰੋਡਕਸ਼ਨ ਬਹੁਤ ਖੂਬਸੂਰਤ ਢੰਗ ਦੇ ਨਾਲ ਇਸ ਗੈਲਰੀ ਦੇ ਵਿੱਚ ਬਿਆਨ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਹੁਣ ਕਹਾਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦੋਂ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਦੇ ਨੇ ਸੈਕਿੰਡ ਗੈਲਰੀ ਇੱਕ ਸੈੱਟ ਦੇ ਰੂਪ ਦੇ ਵਿੱਚ ਬਣਿਆ ਹੋਇਆ ਗੈਲਰੀ ਹੈ ਸੀਕੁਐਂਸ ਦੇ ਵਿੱਚ ਇਸ ਕਰਕੇ ਤੁਹਾਨੂੰ ਸ਼ੋਅ ਦੇਖਣਾ ਚਾਹੀਦਾ ਹੈ ਕਿਉਂਕਿ ਸੀਕੁਐਂਸ ਦੇ ਵਿੱਚ ਤੁਹਾਨੂੰ ਕਹਾਣੀ ਲੜੀ ਬਰ ਲੜੀ ਜੁੜਦੀ ਜਾ ਰਹੀ ਹੈ ਇਤਿਹਾਸ ਲੜੀ ਬਰ ਲੜੀ ਜੁੜਦਾ ਜਾ ਰਿਹਾ ਹੈ ਸੋ ਜਿਸ ਤਰ੍ਹਾਂ ਇਤਿਹਾਸ ਲੜੀ ਬਰ ਲੜੀ ਜੁੜਦਾ ਜਾਏਗਾ ਤੁਸੀਂ ਉਹਦੇ ਸੀਕੁਐਂਸ ਦੇ ਨਾਲ ਇਤਿਹਾਸ ਨੂੰ ਜਾਣਦੇ ਜਾਓਗੇ ਭਾਈ ਜੈਤਾ ਜੀ ਦਾ ਸੈੱਟ ਲੱਗਾ ਹੋਇਆ ਪੂਰਾ ਜਿੱਥੇ ਉਹ ਮਾਚੀਵਾੜੇ ਦਾ ਜਿੱਥੇ ਉਹ ਜੰਗਲ ਦਾ ਸੀਨ ਦਿਖਾਇਆ ਜਿਨ੍ਹਾਂ ਦੇ ਵਿੱਚੋਂ ਗੁਜ਼ਰਦੇ ਹੋਏ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਆਪਣੀ ਬੁੱਕਲ ਦੇ ਵਿੱਚ ਲੁਕੋ ਰੱਖਿਆ ਹੈ ਤੇ ਅਨੰਦਪੁਰ ਸਾਹਿਬ ਪੁੱਜਦੇ ਨੇ ਜਦੋਂ ਅਸੀਂ ਗੈਲਰੀ 3 ਵੱਲ ਵੱਧਦੇ ਹਾਂ ਤੇ ਗੈਲਰੀ 3 ਦੇ ਵਿੱਚ ਹੁਣ ਗੈਲਰੀ 2 ਤੋਂ ਅਗਲੇ ਵਾਲਾ ਇਤਿਹਾਸ ਕਿ ਗੈਲਰੀ 3 ਦੇ ਵਿੱਚ ਉਹ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ ਜਿੱਥੇ ਗੁਰੂ ਸਾਹਿਬ ਉਹਨਾਂ ਦੇ ਸੀਸ ਦਾ ਬੜੇ ਹੀ ਅਦਬ ਦੇ ਨਾਲ ਉਸ ਨੂੰ ਸੰਸਕਾਰ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਗੈਲਰੀ 3 ਦੇ ਵਿੱਚ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਉਹ ਖਾਲਸੇ ਦੇ ਜਨਮ ਦੀ ਕਹਾਣੀ ਹੈ ਖਾਲਸੇ ਦੇ ਜਨਮ ਦੀ ਕਹਾਣੀ ਹੈ ਸਾਹਿਬਜ਼ਾਦਿਆਂ ਦੇ ਜਨਮ ਦੀ ਕਹਾਣੀ ਹੈ ਜਸ਼ਨ ਉਤਸ਼ਾਹ ਤਿਉਹਾਰ ਹਰ ਚੀਜ਼ ਤੁਹਾਨੂੰ ਗੈਲਰੀ 3 ਦੇ ਵਿੱਚ ਦੇਖਣ ਨੂੰ ਮਿਲਦੀ ਹੈ ਔਰ ਅਪਾਰਟ ਫਰਮ ਦੈਟ ਤੁਹਾਨੂੰ ਗੈਲਰੀ 3 ਦੇ ਵਿੱਚ ਲੜਾਈ ਵੀ ਦੇਖਣ ਨੂੰ ਮਿਲਦੀ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਖਾਲਸੇ ਦੀ ਕਰੜੀ ਜੰਗ ਦੇਖਣ ਨੂੰ ਮਿਲਦੀ ਹੈ ਤੇ ਇਹ ਗੈਲਰੀ ਖਤਮ ਹੁੰਦੀ ਹੈ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਤੋਂ ਉਹਨਾਂ ਦੇ ਪਰਿਵਾਰ ਤੋਂ ਛੁਡਵਾ ਲਿਆ ਜਾਂਦਾ ਹੈ ਔਰ ਜਿੱਥੇ ਪਰਿਵਾਰ ਵਿਛੋੜਾ ਹੁੰਦਾ ਹੈ ਉੱਥੇ ਹੀ ਗੈਲਰੀ ਖਤਮ ਹੋ ਜਾਂਦੀ ਹੈ ਬਿਲਕੁਲ ਅਗਲੀ ਵੀ ਪੂਰੀ ਜਾਣਦੇ ਹਾਂ ਕਿ ਹਰ ਗੈਲਰੀ 'ਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਟੀਨੂ ਵੀ ਦੱਸ ਰਹੇ ਨੇ ਕਿ ਤੁਹਾਨੂੰ ਜੋੜ ਕੇ ਰੱਖਦੀ ਹੈ ਤੁਹਾਨੂੰ ਤੁਹਾਡਾ ਇਤਿਹਾਸ ਜਿਹੜਾ ਹੈ ਉਹ ਪਤਾ ਲੱਗਦਾ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜੇ ਯੂਥ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਰੂਰ ਇਹ ਪੂਰੇ ਸ਼ੋਅ ਜਿਹੜੇ ਆ ਉਹ ਦੇਖਣੇ ਚਾਹੀਦੇ ਨੇ ਹਨਾ ਤੇ ਅਗਲੀ ਗੈਲਰੀ ਵੱਲ ਜਾਈਏ ਤਾਂ ਉੱਥੇ ਕੀ ਦੇਖਣ ਨੂੰ ਮਿਲੇਗਾ ਜੀ ਬਿਲਕੁਲ ਜਦੋਂ ਤੁਸੀਂ ਗੈਲਰੀ 4 ਵੱਲ ਵੱਧਦੇ ਹੋ ਤੇ ਗੈਲਰੀ 3 ਦੇ ਇਤਿਹਾਸ ਦੇ ਨਾਲ ਜੁੜਦਾ ਹੋਇਆ ਉਹ ਇਤਿਹਾਸ ਹੈ ਜਦੋਂ ਚੌਧਰੀ ਬੁੱਧੀ ਚੰਦ ਦੀ ਖਾਨਦਾਨੀ ਕੱਚੀ ਗੜੀ ਦੇ ਵਿੱਚ ਗੁਰੂ ਸਾਹਿਬ ਉਤਾਰਾ ਕਰਦੇ ਨੇ ਉੱਥੇ ਥਾਂ ਲੈਂਦੇ ਨੇ ਰਹਿਣ ਵਾਸਤੇ ਔਰ ਉਸ ਦੇ ਬਾਅਦ ਮੁਗਲ ਫੌਜਾਂ ਦੇ ਨਾਲ ਉੱਥੇ ਜਿਹੜੀ ਲੜਾਈ ਹੁੰਦੀ ਹੈ ਅਪਾਰਟ ਫਰਮ ਦੈਟ ਉਸੇ ਲੜਾਈ ਦੇ ਵਿੱਚ ਜਿਸ ਨੂੰ ਚਮਕੌਰ ਸਾਹਿਬ ਦੀ ਲੜਾਈ ਕਿਹਾ ਜਾਂਦਾ ਹੈ ਅਜਿਹੀ ਧਰਤੀ ਦੀ ਲੜਾਈ ਕਿਹਾ ਜਾਂਦਾ ਹੈ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਗਈ ਹੈ ਇਸ ਧਰਤੀ ਦੀ ਔਰ ਫਿਰ ਇਹ ਜਾ ਕੇ ਖਤਮ ਹੁੰਦੀ ਹੈ ਜੀ ਭਾਈ ਸੰਗਤ ਜੀ ਦੀ ਲੜਾਈ ਦੇ ਵਿੱਚ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਲਗੀ ਪਹਿਨਾਈ ਗਈ ਸੀ ਔਰ ਇਸੇ ਤਰ੍ਹਾਂ ਇਤਿਹਾਸ ਅੱਗੇ ਅੱਗੇ ਤੁਰਦਾ ਜਾਂਦਾ ਹੈ ਔਰ ਫਿਰ ਪੰਜਵੀਂ ਗੈਲਰੀ ਦੇ ਵਿੱਚ ਜਿੱਥੇ ਤੀਸਰੀ ਗੈਲਰੀ 'ਚ ਤੁਸੀਂ ਲਾਸਟ ਵਿੱਚ ਦੇਖਦੇ ਹੋ ਕਿ ਪਰਿਵਾਰ ਵਿਛੋੜਾ ਹੋ ਜਾਂਦਾ ਹੈ ਸਾਹਿਬਜ਼ਾਦੇ ਗੁਰੂ ਸਾਹਿਬ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਪਰ ਛੋਟੇ ਸਾਹਿਬਜ਼ਾਦੇ ਜਦੋਂ ਮਾਤਾ ਗੁਜਰੀ ਦੇ ਨਾਲ ਉਹਨਾਂ ਤੋਂ ਜੁਦਾ ਹੋ ਜਾਂਦੇ ਨੇ ਉਸ ਦੀ ਕਹਾਣੀ ਤੋਰੀ ਜਾਂਦੀ ਹੈ ਪੰਜਵੀਂ ਗੈਲਰੀ ਦੇ ਵਿੱਚ ਉਹ ਇਤਿਹਾਸ ਤੁਰਦਾ ਹੈ ਪੰਜਵੀਂ ਗੈਲਰੀ ਦੇ ਵਿੱਚ ਤੇ ਪੰਜਵੀਂ ਗੈਲਰੀ ਦੇ ਵਿੱਚ ਇੱਕ ਸੈੱਟ ਲੱਗਾ ਹੈ ਜਿੱਥੇ ਗੰਗੂ ਰਸੋਈਆ ਜਿਹੜਾ ਉਹਨਾਂ ਦੇ ਨਾਲ ਰਹਿ ਜਾਂਦਾ ਹੈ ਉਹਨਾਂ ਦੇ ਘਰ ਦੇ ਵਿੱਚ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਪਨਾਹ ਲੈਂਦੇ ਨੇ ਰਾਤ ਕੱਟਦੇ ਨੇ ਤੇ ਉਹ ਕਹਾਣੀ ਉਹ ਇਤਿਹਾਸ ਪੰਜਵੀਂ ਗੈਲਰੀ ਦੇ ਵਿੱਚ ਇੱਕ ਸੈੱਟ ਦੇ ਰੂਪ ਦੇ ਵਿੱਚ ਦਰਸਾਈ ਗਈ ਹੈ ਤੇ ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਜੀ 6ਵੀਂ ਗੈਲਰੀ ਵੱਲ ਜਦੋਂ 6ਵੀਂ ਗੈਲਰੀ ਵੱਲ ਵੱਧਦੇ ਹਾਂ ਤਾਂ ਉੱਥੇ 3D ਐਨੀਮੇਸ਼ਨ ਫਿਲਮ ਤੁਹਾਨੂੰ ਦੁਬਾਰਾ ਤੋਂ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਇਤਿਹਾਸ ਦੱਸਿਆ ਗਿਆ ਹੈ ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਰਾਤ ਕੱਟਣ ਤੋਂ ਲੈ ਕੇ ਜਿਹੜਾ ਸੂਬਾ ਸਰਹੰਦ ਦੀ ਕਚਹਿਰੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਬੇਖੌਫ ਤੁਸੀਂ ਰੂਪ ਦੇਖੋਗੇ ਔਰ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਤੇ ਜਾ ਕੇ ਇਹ ਸਾਰੀ ਜਿਹੜੀ ਇਤਿਹਾਸ ਹੈ 6ਵੀਂ ਨੰਬਰ ਗੈਲਰੀ ਦੇ ਵਿੱਚ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਅਸੀਂ ਵੱਧਦੇ ਹਾਂ ਜੀ 7ਵੀਂ ਗੈਲਰੀ ਦੇ ਵਿੱਚ। 7ਵੀਂ ਗੈਲਰੀ ਤੇ 8ਵੀਂ ਗੈਲਰੀ ਦੀ ਗੱਲ ਮੈਂ ਇਕੱਠੀ ਕਰਾਂਗੀ ਕਿਉਂਕਿ ਇਹ ਗੈਲਰੀ ਇੱਕ ਸੈੱਟ ਹੀ ਹੈ ਔਰ 7ਵੀਂ ਗੈਲਰੀ ਦੇ ਵਿੱਚ ਕੁਝ ਮਾਛੀਵਾੜੇ ਜੰਗਲ ਦਾ ਸੀਨ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਸੁੱਤੇ ਹੋਏ ਦਿਖਾਏ ਗਏ ਨੇ ਕਿ ਜਦੋਂ ਮਾਛੀਵਾੜੇ ਜੰਗਲ ਦੇ ਵਿੱਚ ਸੌਂਦੇ ਨੇ ਔਰ ਮਿੱਤਰ ਪਿਆਰੇ ਨੂੰ ਯਾਦ ਕਰਦੇ ਨੇ। ਉਹ ਤੁਹਾਨੂੰ ਰੂਪ 7ਵੀਂ ਗੈਲਰੀ ਦੇ ਵਿੱਚ ਦੇਖਣ ਨੂੰ ਮਿਲੇਗਾ। 8ਵੀਂ ਗੈਲਰੀ ਵੱਲ ਜੋ ਤੁਸੀਂ ਵੱਧਦੇ ਹੋ ਤਾਂ ਇਤਿਹਾਸ ਉੱਥੋਂ ਹੀ ਤੁਰਦਾ ਹੈ ਮਿੱਤਰ ਪਿਆਰੇ ਦੀ ਉਸ ਯਾਦ ਤੋਂ। ਮਾਛੀਵਾੜੇ ਦੇ ਵਿੱਚ ਜਦੋਂ ਸ਼ਹਿਨशाह ਸੁੱਤਾ ਹੈ ਤੇ ਉਹ ਹੌਲੀ ਹੌਲੀ ਵੱਧਦਾ ਹੈ ਔਰੰਗਜ਼ੇਬ ਨੂੰ ਜਦੋਂ ਗੁਰੂ ਸਾਹਿਬ ਉਸ ਦੀ ਹਾਰ ਦਾ ਇੱਕ ਖਤ ਲਿਖਦੇ ਨੇ ਫਾਰਸੀ ਜ਼ੁਬਾਨ ਦੇ ਵਿੱਚ ਜ਼ਫਰਨਾਮੇ ਦੇ ਵਿੱਚ। 40 ਮੁਕਤੇ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਮਾਫ ਕਰ ਦਿੰਦੇ ਨੇ ਗੁਰੂ ਸਾਹਿਬ। 8ਵੀਂ ਗੈਲਰੀ ਦੇ ਵਿੱਚ ਤੁਸੀਂ ਦੇਖੋਗੇ ਪ੍ਰੋਪਰ। ਔਰ ਉਸ ਤੋਂ ਬਾਅਦ ਇਹ ਜਾ ਕੇ ਖਤਮ ਹੁੰਦੀ ਹੈ ਜੀ ਗੈਲਰੀ ਜਦੋਂ ਉਹ ਨੰਦੇੜ ਵੱਲ ਵੱਧ ਜਾਂਦੇ ਨੇ ਗੁਰੂ ਸਾਹਿਬ। ਨੰਦੇੜ ਸਾਡੀ 9ਵੀਂ ਗੈਲਰੀ ਦੇ ਵਿੱਚ ਹੈ। ਨੰਦੇੜ ਸਾਹਿਬ ਦਾ ਉਹ ਵਰਤਾਂਤ ਜਦੋਂ ਬੰਦਾ ਸਿੰਘ ਬਹਾਦਰ ਜਿਹਨੂੰ ਅਸੀਂ ਮਾਧੋ ਦਾਸ ਦੇ ਨਾਮ ਨਾਲ ਜਾਣਦੇ ਸੀ ਉਹ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨੂੰ ਮਿਲ ਕੇ ਬੰਦਾ ਸਿੰਘ ਬਹਾਦਰ ਬਣਦਾ ਹੈ। ਗੁਰੂ ਸਾਹਿਬ ਉਸ ਨੂੰ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ। 9ਵੀਂ ਗੈਲਰੀ ਦੀ ਜੇ ਮੈਂ ਗੱਲ ਕਰਾਂ ਤੇ ਉਹ ਇਤਿਹਾਸ ਜੋੜਦੀ ਹੈ ਜੀ ਬੰਦਾ ਸਿੰਘ ਬਹਾਦਰ ਦੇ ਨਾਲ। ਬੰਦਾ ਸਿੰਘ ਬਹਾਦਰ ਜਿਸ ਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਮਾਧੋ ਦਾਸ ਬੰਦਾ ਸਿੰਘ ਬਹਾਦਰ ਬਣਦਾ ਹੈ ਜੀ ਗੁਰੂ ਸਾਹਿਬ ਨੂੰ ਮਿਲਣ ਤੋਂ ਬਾਅਦ। ਗੁਰੂ ਸਾਹਿਬ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੰਦੇ ਨੇ ਤੇ ਆਪਣਾ ਪਿਆਰ ਭਰਾ ਥਾਪੜਾ ਦਿੰਦੇ ਨੇ ਤਾਂ ਕਿ ਉਹ ਸੂਬਾ ਸਰਹੰਦ ਦੇ ਕੀਤੇ ਹੋਏ ਉਸ ਜ਼ੁਲਮ ਦਾ ਬਦਲਾ ਲੈ ਸਕੇ। ਤੇ ਬੰਦਾ ਸਿੰਘ ਬਹਾਦਰ ਉਸ ਗੈਲਰੀ 'ਚ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਅੱਗੇ ਵੱਧਦਾ ਹੈ, ਆਪਣੀ ਪੂਰੀ ਸੈਨਾ ਇਕੱਠੀ ਕਰਦਾ ਹੈ, ਲੋਕਾਂ ਨੂੰ ਇਕੱਠਾ ਕਰਦਾ ਹੈ, ਆਪਣੇ ਨਾਲ ਜੋੜਦਾ ਹੈ। ਔਰ 10ਵੀਂ ਗੈਲਰੀ 'ਚ ਤੁਸੀਂ ਇੱਕ ਸੈੱਟ ਦੇਖੋਗੇ, ਮਿਊਨਰਲ ਦੇਖੋਗੇ ਜਿੱਥੇ ਸਿਰਫ ਘੋੜੇ ਤੁਹਾਨੂੰ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸੈਨਿਕ ਉਸਦੇ ਜੱਥਾ ਭੱਜਦਾ ਹੋਇਆ ਨਜ਼ਰ ਆਏਗਾ। ਫਿਰ ਅਸੀਂ ਪਹੁੰਚਦੇ ਹਾਂ ਜੀ 11 ਨੰਬਰ ਗੈਲਰੀ ਦੇ ਵਿੱਚ ਜਿਹੜੀ ਇਸ ਪੂਰੇ ਅਜਾਇਬ ਘਰ ਦਾ ਅਖੀਰਲਾ ਪੜਾਅ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਇਸ ਗੈਲਰੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਲੜਾਈ ਵਜ਼ੀਰ ਖਾਨ ਨਾਲ। ਉਹ ਸ਼ੁਰੂਆਤ ਤਾਂ ਬੰਦਾ ਸਿੰਘ ਬਹਾਦਰ ਦੇ ਉਸ ਜਜ਼ਬੇ ਤੋਂ ਹੁੰਦੀ ਹੈ ਪਰ ਉਸ ਗੈਲਰੀ ਦਾ ਅੰਤ ਹੁੰਦਾ ਹੈ ਜੀ ਵਜ਼ੀਰ ਖਾਨ ਦੀ ਮੌਤ ਦੇ ਨਾਲ, ਸੂਬਾ ਸਰਹੰਦ ਦੀ ਜਿੱਤ ਦੇ ਨਾਲ। ਬੰਦਾ ਸਿੰਘ ਬਹਾਦਰ ਖਾਲਸੇ ਦਾ ਝੰਡਾ ਜਦੋਂ ਸੂਬਾ ਸਰਹੰਦ ਦੇ ਉਸ ਕਿਲੇ ਦੇ ਉੱਤੇ ਲਹਿਰਾਉਂਦਾ ਹੈ ਉੱਥੇ ਜਾ ਕੇ ਇਹ ਗੈਲਰੀ ਖਤਮ ਹੋ ਜਾਂਦੀ ਹੈ।